Good morning dear students. In previous video we discussed about carbon color code register. From that video we have learned how to calculate value of a carbon color code resistance. So in this video we will discuss what is the unit of electrical energy and what is electrical power, and also discuss what is the internal resistance, terminal potential difference and electromotive force EMF. ਗੱਲ ਕਰਦੇ ਹਾਂ ਇਲੈਕਟ੍ਰੀਕਲ ਪਾਵਰ ਬਾਰੇ। ਇਲੈਕਟ੍ਰਿਕ ਪਾਵਰ ਕੀ ਹੁੰਦੀ ਆ? P = W/T। ਇਹ ਪਾਵਰ ਦਾ ਫਾਰਮੂਲਾ ਰੇਟ ਆਫ ਡੂਇੰਗ ਵਰਕ, ਠੀਕ ਹੈ, W/T। पर जो इलैक्ट्रीसिटी ਦੇ ਵਿੱਚ ਆਪਾਂ ਵਰਕ ਕਰਦੇ ਆ ਉਹਦੇ ਚ ਆਪਾਂ ਗੱਲ ਕਰਦੇ ਹਾਂ ਪੋਟੈਂਸ਼ੀਅਲ ਦੀ। ਕਿ ਪੋਟੈਂਸ਼ੀਅਲ ਫਸਟ ਯੂਨਿਟ ਜੇ ਕਰੋਗੇ, ਇਹ ਸਿਰਫ ਇੱਥੇ ਤੁਸੀਂ ਫਾਰਮੂਲਾ ਯਾਦ ਹੀ ਰੱਖਣਾ। ਫਸਟ ਯੂਨਿਟ ਦੇ ਵਿੱਚ ਜਦੋਂ ਪੋਟੈਂਸ਼ੀਅਲ ਬਾਰੇ ਰੀਡ ਕਰੋਗੇ ਤੁਸੀਂ, ਪੋਟੈਂਸ਼ੀਅਲ ਜਿਹੜਾ ਸਿੰਪਲ ਕੀ ਹੁੰਦਾ? ਵਰਕ ਬਾਈ ਚਾਰਜ। ਆ ਡੈਫੀਨੇਸ਼ਨ ਹੁੰਦੀ ਹੈ ਪੋਟੈਂਸ਼ੀਅਲ ਦੀ, W/Q। Q ਕੀ ਇੱਥੇ ਚਾਰਜ, ਕਿ ਕਿਸੇ ਚਾਰਜ ਨੂੰ ਮੂਵ ਕਰਨ ਲਈ ਆਪਾਂ ਕਿੰਨਾ ਵਰਕ ਕਰਦੇ ਹਾਂ, ਉਹ ਪੋਟੈਂਸ਼ੀਅਲ ਹੁੰਦਾ, ठीक है। W की वैल्यू तो कितनी आ जाएगी? V × Q। ਹੁਣ ਆਪਾਂ ਕੀ ਕਰਨਾ ਵਾ, ਆ ਜਿਹੜਾ Q ਆ ਚਾਰਜ ਆ, ਜਿੱਥੋਂ ਆਪਾਂ ਯੂਨਿਟ ਸਟਾਰਟ ਕੀਤਾ ਸੀ, ਕਰੰਟ ਦੀ ਡੈਫੀਨੇਸ਼ਨ ਕੀ ਕਹਿੰਦੀ ਸੀ ਆਪਾਂ ਨੂੰ? ਚਾਰਜ ਬਾਈ ਟਾਈਮ, I = Q/T। Q ਦੀ ਵੈਲਿਊ ਇੱਥੋਂ ਕੈਲਕੂਲੇਟ ਕਰ ਲਓ, I × T। ਇਹ ਵੈਲਿਊ ਇਹਦੇ ਚ ਪੁੱਟ ਕਰ ਦਿਓ, W = V, Q ਦੀ ਵੈਲਿਊ I × T। ਆ ਜੋ W ਦੀ ਵੈਲਿਊ ਆ, ਠੀਕ ਹੈ, ਇਲੈਕਟ੍ਰਿਕ એનર્ਜੀ ਆ ਗਈ ਆਪਣੇ ਕੋਲ, ਜਿਹੜੀ ਵਰਕ ਆ ਉਹ એનર્ਜੀ ਦੀ ਫਾਰਮ ਹੀ ਹੁੰਦੀ ਆ। ਇਹ ਆਪਣੇ ਕੋਲ ਇਲੈਕਟ੍ਰੀਕਲ એનર્ਜੀ ਆ ਗਈ, ਪਰ ਆਪਾਂ ਕੀ ਕੈਲਕੂਲੇਟ ਕਰਨਾ? ਆਪਾਂ ਤਾਂ ਪਾਵਰ ਕੈਲਕੂਲੇਟ ਕਰਨੀ ਆ। ਆ ਜੋ ਮੈਂ ਵੈਲਿਊ ਕੈਲਕੂਲੇਟ, ਆ ਫਾਰਮੂਲਾ ਤੁਸੀਂ ਇਹ ਯਾਦ ਹੀ ਰੱਖਣਾ, ਫਸਟ ਯੂਨਿਟ ਜੇ ਕਰੋਗੇ ਦੁਬਾਰਾ। W ਦੀ ਵੈਲਿਊ ਆ ਪੁੱਟ ਕਰ ਦਿਓ, VIT / T। T ਦੇ ਨਾਲ T ਕੈਂਸਲ, P ਦੀ ਵੈਲਿਊ ਕਿੰਨੀ ਆ ਗਈ? V × I। ਆ ਪਾਵਰ ਦਾ ਫਾਰਮੂਲਾ ਆ ਗਿਆ ਆਪਣੇ ਕੋਲ। P = V ਕੀ ਆ? ਪੋਟੈਂਸ਼ੀਅਲ ਵੋਲਟੇਜ × ਕਰੰਟ ਆ ਗਿਆ। ਇਹਦਾ ਹੁਣ ਦੋ ਫਾਰਮੂਲੇ ਆਪਣੇ ਕੋਲ ਹੋ ਡਰਾ ਹੋਣਗੇ। ਉਹਦੇ ਲਈ ਹੁਣ ਓਮਸ ਲਾ ਤੁਸੀਂ ਸਟੱਡੀ ਕੀਤਾ ਆ। ਓਮਸ ਲਾ ਕੀ ਸੀਗਾ? V = IR। ਇਹ ਓਮਸ ਲਾ ਸੀਗਾ। ਆਪਾਂ ਕੀ ਕਰਨਾ, ਇਹਦੇ ਤੋਂ ਦੋ ਫਾਰਮੂਲੇ ਹੋਰ ਡਰਾਈਵ ਕਰ ਲੈਣੇ, ਠੀਕ ਹੈ। ਪਹਿਲੇ ਇੱਕ ਵਾਰੀ V ਦੀ ਵੈਲਿਊ ਪੁੱਟ ਕਰੋ, ਫਿਰ ਇੱਕ ਵਾਰੀ I ਦੀ ਪੁੱਟ ਕਰੇ। ਇਹਦੇ ਚ ਦੇਖੋ ਕੀ ਆ, ਜਦੋਂ V ਦੀ ਵੈਲਿਊ ਪੁੱਟ ਕਰੋਗੇ ਇਹਦੇ ਚ ਕੀ ਬਣ ਗਿਆ? P V ਦੀ ਵੈਲਿਊ ਆ ਸਾਰੀ ਕਿੰਨੀ ਆ? I × R × I ਕਿੰਨਾ ਬਣ ਗਿਆ? ਇਹ I² R। ਸੈਕਿੰਡ ਫਾਰਮੂਲਾ ਸਿਰਫ ਕੀ ਕਰਨਾ, ਓਮਸ ਲਾ ਤੋਂ V ਦੀ ਵੈਲਿਊ ਕੈਲਕੂਲੇਟ ਕਰਕੇ ਇਹਦੇ ਚ ਪੁੱਟ ਕਰ ਦੇਣੀ ਹੈ। ਥਰਡ ਫਾਰਮੂਲਾ ਦੇਖੋ ਕੀ ਬਣਦਾ ਆਪਣੇ ਕੋਲ, P = V ਤਾਂ ਹੈਗੀ ਹੈਗਾ, I ਦੀ ਵੈਲਿਊ ਕਿੰਨੀ ਆ ਜੂਗੀ ਇੱਥੋਂ? ਦੇਖੋ ਜੇ ਆਪਾਂ I ਦੀ ਵੈਲਿਊ ਕੈਲਕੂਲੇਟ ਕਰਨੀ ਹੈ, V = IR, I ਕਿੰਨਾ ਆ ਗਿਆ? V/R, ਠੀਕ ਹੈ। ਇਹਦੇ ਚ ਪੁੱਟ ਕਰ ਦੋ, I ਦੀ ਵੈਲਿਊ V/R। थर्ड फार्मूला बन गया V²/R। ਇਹ ਆਪਣੇ ਕੋਲ ਤਿੰਨ ਫਾਰਮੂਲੇ ਆ ਜੋ ਕਿਹਦੇ ਆ? ਪਾਵਰ ਦੇ। ਇਹ ਨੂਮੈਰੀਕਲ ਦੇ ਵਿੱਚ ਵੀ ਯੂਜ਼ ਹੁੰਦੇ ਆ, P = VI, P = I²R ਤੇ ਥਰਡ ਫਾਰਮੂਲਾ P = V²/R। ਯੂਨਿਟ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਪਾਵਰ ਦੇ ਯੂਨਿਟ ਕੀ ਹੁੰਦੇ ਆ? ਵਾਟ। 1 ਵਾਟ ਕਿਹਦੇ ਕੋਲ ਹੋ ਗਿਆ? ਦੇਖੋ ਇੱਥੇ ਵੋਲਟ × ਐਂਪੀਅਰ। 1 ਵਾਟ ਇਹਦੇ ਕੋਲ ਹੁੰਦਾ ਵੋਲਟ × ਐਂਪੀਅਰ। ਮਤਲਬ ਕਿ ਜੇ ਆਪਾਂ ਕਿਸੇ ਸਰਕਟ ਦੇ ਵਿੱਚ 1 ਵੋਲਟ ਦਾ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕਰ ਦਈਏ ਬੈਟਰੀ ਦੇ ਨਾਲ, ਉਹਦੇ ਚ ਕਰੰਟ ਕਿੰਨਾ ਫਲੋ ਕਰੇ? 1 ਐਂਪੀਅਰ। ਫਿਰ ਉਹਦੀ ਪਾਵਰ ਕਿੰਨੀ ਹੋਊਗੀ? ਪਾਵਰ ਕਿੰਨੀ ਹੋਊਗੀ? 1 ਵਾਟ। ਹੋਰ ਵੀ ਇਹਦੇ ਯੂਨਿਟ ਕਿਲੋਵਾਟ, ਹਾਰਸ ਪਾਵਰ ਵੀ ਹੁੰਦੇ ਆ। HP ਦਾ ਨਾਮ ਦੇ ਦਿੰਦੇ ਆ। 1 ਹਾਰਸ ਪਾਵਰ ਦੇ ਵਿੱਚ 746 ਵਾਟ ਹੁੰਦੇ।
ठीक है। ये यूनिट आ पावर दे, यूनिट ऑफ पावर वाट, किलोवाट भी बिगर यूनिट होंदे आ, मेगावाट और किन्ने होंदे आ ते हॉर्स पावर, ठीक है। ये यूनिट सीगे। हुण नैक्सट आ जांदा अपने कोल कि जिहड़ी इलैक्ट्रिक एनर्जी आ, इलैक्ट्रिकल एनर्जी आ ਉਹਦੇ यूनिट की होंदे आ, यूनिट ऑफ इलैक्ट्रिकल एनर्जी। जो भी अपने घरां दे विच मीटर लगे हुए आ, आपां कह दिंदे अपना एक दिन दी 10 यूनिट कंज्यूम हो गई, एक हो गई, 2 हो गई, 3 हो गई, 4 जिन्नियां मर्जी यूनिट कंज्यूम हो गई, वो एक यूनिट का असल मतलब की है, ठीक है। बोर्ड ऑफ ट्रेड यूनिट कह दें BOTTU, ठीक है, बोर्ड ऑफ ट्रेड यूनिट। वो एक यूनिट हुण असल दे विच उहदे च कितनी एनर्जी अपने घरां दे विच कंज्यूम हुंदी है, ठीक है। वो किहदे बराबर हुंदा, ठीक है। वो यूनिट ऑफ इलैक्ट्रिकल एनर्जी उहनूं आपां कह दिंदे किलो वाट आवर, ठीक है। असल दे विच वो एक यूनिट इहदे इक्वल हुंदा जो भी कंज्यूम होया वा, ठीक है, किलो वाट आवर। हुण इस दे विच कितनी जाउल हुंदे आ वो आपां कैलकुलेट करना रिलेशन। +1 ਦੇ ਵਿੱਚ ਤੁਸੀਂ ਰੀਡ ਕੀਤਾ ਸੀਗਾ ਕਿ ਜਿਹੜਾ ਕਿਲੋ ਆ, ਕਿਲੋ ਚ ਕਹਿੰਦੇ ਆ 10 ਦੀ ਪਾਵਰ 3 1000, ਠੀਕ ਹੈ, 10⁻³ ਵਾਟ। ਉਸੇ ਤਰ੍ਹਾਂ ਆਵਰ ਨੂੰ ਵੀ ਆਪਾਂ ਸੈਕਿੰਡ 'ਚ ਕਨਵਰਟ ਕਰਨ ਲੱਗੇ ਆ। 1 ਆਵਰ ਚ ਕਿੰਨੇ ਸੈਕਿੰਡ ਹੁੰਦੇ ਆ, 60 × 60 ਸੈਕਿੰਡ। ਦੇਖੋ ਕਿੰਨਾ ਬਣ ਗਿਆ, 10⁻³ 3600 ਵਾਟ × सेकंड। वाट इंटू सेकंड की बन गया, देखो हुणे आपां फार्मूला लिखिया सीगा कि जिहड़ी पावर आ वो वर्क बाय टाइम हुंदी है। पावर दी यूनिट वाट, वर्क दे जाउल, टाइम दे सेकंड, ते वाट इंटू सेकंड की बन गया जाउल बन गया अपने को। ਇਹਦਾ मतलब ਇਹਦੀ वैल्यू की पुट करांगे आपां जाउल। आ देखो 2 जीरो ਇਹਦੇ ਨਾਲ ਆ 10⁻² ਤੇ 10⁻³ ਕਿੰਨਾ ਬਣ ਗਿਆ 10⁻5 ਆ ਜਾਊਲ ਬਣ ਗਿਆ। ਇਹਦੇ ਵਿੱਚ ਇੱਕ ਪੁਆਇੰਟ ਲਾ ਲਾਂਗੇ 3.6, ਇੱਕ ਪਾਵਰ ਇੰਕਰੀਜ਼ ਹੋ ਜੂਗੀ 10⁻6 ਜਾਊਲ ਬਣ ਜੂਗਾ। 1 ਕਿਲੋਵਾਟ ਆਵਰ ਆ ਜੋ ਇਸ ਦੇ ਇਕੁਅਲ ਹੈ। ਕਈ ਵਾਰ ਆਪਣੇ ਕੋਲ ਆਬਜੈਕਟਿਵ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੁੰਦਾ 1 ਮਾਰਕਸ ਦੇ ਵਿੱਚ कि 1 किलोवाट आवर ਦੇ ਵਿੱਚ ਕਿੰਨੇ ਜਾਊਲ ਹੁੰਦੇ ਆ। ਉਹ ਆਪਾਂ ਕੈਲਕੂਲੇਸ਼ਨ ਕਰਕੇ ਆ 3.6 × 10⁻6 ਜਾਊਲ ਹੁੰਦੇ, ਠੀਕ ਹੈ। ਇਹਨੂੰ ਆਪਾਂ ਕਹਿੰਦੇ ਨੇ ਯੂਨਿਟ ਆਫ ਇਲੈਕਟ੍ਰੀਕਲ એનર્ਜੀ ਆ ਜਿਹੜੇ ਕਿਲੋਵਾਟ ਆਵਰ ਹੁੰਦੇ। ਇਹ ਸੀਗਾ ਆਪਣਾ ਅੱਜ ਦਾ ਲੈਕਚਰ ਜਿਹਦੇ ਚ ਆਪਾਂ ਕਾਰਬਨ ਕਲਰ ਕੋਡ ਬਾਰੇ ਡਿਸਕਸ ਕੀਤਾ, ਪਾਵਰ ਕੀ ਹੁੰਦੀ ਆ ਉਹਦੇ ਫਾਰਮੂਲੇ ਤਿੰਨ ਡਰਾਈਵ ਕੀਤੇ, ਪਾਵਰ ਦੇ ਯੂਨਿਟ ਡਿਸਕਸ ਕੀਤੇ, ਤੇ ਜਿਹੜੀ ਇਲੈਕਟ੍ਰੀਕਲ એનર્ਜੀ ਆ ਉਹਦੀ ਯੂਨਿਟ ਕੀ ਹੁੰਦੀ ਆ वो ਆਪਾਂ ਦੱਸੇ ਕੀ ਹੁੰਦੇ ਆ ਤੇ ਉਹਦੀ ਵੈਲਿਊ ਕਿੰਨੀ ਹੁੰਦੀ ਆ ਇਹਦੇ ਬਾਰੇ ਡਿਸਕਸ ਕੀਤਾ। ਨੈਕਸਟ ਇਜ਼ EMF ऑफ सेल। देखो EMF ऑफ सेल की ਹੁੰਦਾ ਵਾ, ਸਪੋਜ਼ ਕਰ ਲਓ ਆਪਣੇ ਕੋਲ ਕੋਈ ਸੈੱਲ ਆ, ਠੀਕ ਹੈ, ਜਿਵੇਂ ਆ ਆਪਣੇ ਕੋਲ ਸੈੱਲ ਆ, ਇੱਕ ਇਹਦਾ ਪੋਜ਼ਿਟਿਵ ਟਰਮੀਨਲ ਆ, ਇੱਕ ਨੈਗੇਟਿਵ ਟਰਮੀਨਲ ਆ। अगर ਆਪਾਂ ਇਸ ਸੈੱਲ ਦੇ ਕ੍ਰਾਸ ਪੋਟੈਂਸ਼ੀਅਲ ਚੈੱਕ ਕਰੀਏ, ਆ ਵੋਲਟਮੀਟਰ ਆ, ਠੀਕ ਆ, ਇਹਦੇ ਜਿਹੜੇ ਦੋਵੇਂ ਟਰਮੀਨਲ ਜਦੋਂ ਆਪਾਂ ਵਾਇਰ ਦੇ ਨਾਲ ਇਹਦੇ ਨਾਲ ਅਟੈਚ ਕਰਾਂਗੇ, ਜੋ ਵੀ ਇਹਦੇ ਵਿੱਚ ਵੈਲਿਊ ਆਊਗੀ ਉਹ ਇਹਦੇ ਕ੍ਰਾਸ ਕੀ ਹੋਊਗਾ, ਪੋਟੈਂਸ਼ੀਅਲ ਡਿਫਰੈਂਸ ਹੁੰਦਾ, ਠੀਕ ਆ। ਮਤਲਬ ਵੋਲਟੇਜ ਇਹ ਕਿੰਨੇ ਵੋਲਟ ਦਾ ਸੈੱਲ ਆ ਉਹ ਆਪਾਂ ਇਸ ਵੋਲਟਮੀਟਰ ਤੋਂ ਕੈਲਕੂਲੇਟ ਕਰ ਸਕਦੇ ਹਾਂ। ਹੁਣ ਦੇਖੋ ਜਦੋਂ ਆਪਾਂ ਇਹਦੇ ਅਕ੍ਰਾਸ ਵਾਇਰ ਲਾ ਕੇ ਚੈੱਕ ਕਰਾਂਗੇ, ठीक है, कि कितना ਇਹਦਾ पोटेंशियल डिफरेंस है ਇਹਦੇ क्रॉस। ਆਪਾਂ ਇਸ ਸੈੱਲ ਤੋਂ ਕੋਈ ਵੀ ਕਰੰਟ ਡਰਾ ਨਹੀਂ ਕੀਤਾ, ਮਤਲਬ ਇਹ ਸਰਕਟ ਕੀ ਹੈ, ਓਪਨ ਆ। ਮੰਨ ਲਓ ਮੈਂ ਇਹਦੇ ਨਾਲ ਇੱਕ ਬਲਬ ਜਗਾ ਲਿਆ, ਇੱਕ ਵਾਇਰ ਇਸ ਸਾਈਡ ਲਾ ਕੇ ਇੱਕ ਸਾਈਡ ਇਸ ਤੇ, ਇਹਦੇ ਨਾਲ ਇੱਕ ਬਲਬ ਗਲੋ ਕਰਦੇ ਆਪਾਂ। ਫਿਰ ਇਹਦੀ ਜਦੋਂ पोटेंशियल ਚੈੱਕ ਕਰਦੇ ਆ ਉਸ ਵੇਲੇ ਆਪਾਂ ਉਹਦੇ ਚੋਂ ਕਰੰਟ ਡਰਾ ਕਰਦੇ ਪਏ ਆ। ਜੇ ਮੈਂ ਇਹਨੂੰ ਇਸੇ ਤਰ੍ਹਾਂ ਇਹਦੀ पोटेंशियल ਦੀ ਵੈਲਿਊ ਚੈੱਕ ਕਰਾਂ, ਦੋਵੇਂ ਟਰਮੀਨਲ ਇਹਦੇ ਨਾਲ ਲਾ ਲਾਂ, ਠੀਕ ਆ, ਵਾਇਰ ਦੇ ਨਾਲ, ਇਹਦਾ ਮਤਲਬ ਆਪਾਂ ਇਹਦੇ ਚ ਕੋਈ ਕਰੰਟ ਡਰਾ ਨਹੀਂ ਕੀਤਾ। ਮਤਲਬ ਜੇ ਸੈੱਲ ਤੋਂ ਆਪਾਂ ਕੋਈ ਵੀ ਕਰੰਟ ਡਰਾ ਨਹੀਂ ਕਰਦੇ ਪਏ,
ਜਦੋਂ ਵੀ ਆਪਾਂ ਸੈੱਲ ਦੇ ਵਿੱਚੋਂ ਕੋਈ ਵੀ ਕਰੰਟ ਡਰਾ ਨਹੀਂ ਕਰਦੇ ਉਸ ਵੇਲੇ ਉਹਦੇ ਟਰਮੀਨਲ ਦੇ ਕ੍ਰਾਸ ਜਿੰਨਾ ਵੀ ਪੋਟੈਂਸ਼ੀਅਲ ਹੋਊਗਾ ਉਹਨੂੰ ਆਪਾਂ EMF ਦਾ ਨਾਮ ਦੇ ਦਿੰਦੇ ਹਾਂ। EMF ਦਾ ਮਤਲਬ ਹੁੰਦਾ ਇਲੈਕਟ੍ਰੋਮੋਟਿਵ ਫੋਰਸ। ਠੀਕ ਹੈ, ਪਤਾ ਲੱਗ ਗਿਆ ਕਿ ਸੈੱਲ ਦੇ ਟਰਮੀਨਲ ਦੇ ਕ੍ਰਾਸ potential difference when no current drawn from the cell, ਜਾਂ ਆਪਾਂ ਸਿੰਪਲੀ ਕਹਿ ਸਕਦੇ ਹਾਂ when circuit is open। open ਦਾ ਮਤਲਬ ਕੀ ਹੈ, ਆਪਾਂ ਸਵਿਚ ਆਫ ਕੀਤੀ ਹੋਈ ਹੈ, ਉਹਦੇ ਚ ਕੋਈ ਕਰੰਟ ਪਾਸ ਨਹੀਂ ਕਰਾਉਣੇ। ਉਸ ਵੇਲੇ ਆਪਣੇ ਕੋਲ ਕੀ ਹੋਊਗਾ, ਉਹਦੀ ਜਿਹੜੀ EMF ਹੋਊਗੀ ਉਹਨੂੰ ਆਪਾਂ ਕਹਿ ਦਿੰਦੇ ਹਾਂ ਇਲੈਕਟ੍ਰੋਮੋਟਿਵ ਆਫ ਫੋਰਸ ਆਫ ਸੈੱਲ, EMF ਆਫ ਦਾ ਸੈੱਲ। E ਦੇ ਨਾਲ ਡਿਨੋਟ ਕਰ ਲੈਂਦੇ ਹੁੰਦੇ ਆਪਾਂ। ਨੈਕਸਟ ਆਪਣੇ ਕੋਲ टर्मिनल पोटेंशियल डिफरेंस। कैपिटल V ਦੇ ਨਾਲ ਡਿਨੋਟ ਕਰਦੇ ਹਾਂ। ਹੁਣ ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਕੀ ਆ, ਜਿਹੜੀ ਗੱਲ ਮੈਂ ਹੁਣੇ ਤੁਹਾਨੂੰ ਕਹੀ ਸੀ ਕਿ ਸਪੋਜ਼ ਕਰ ਲਓ ਆਪਾਂ ਸੈੱਲ ਦੇ ਹੈਲਪ ਦੇ ਨਾਲ ਕੋਈ ਬਲਬ ਜਗਾ ਲਿਆ ਜਾਂ ਕਿਸੇ ਹੋਰ ਸਰਕਟ ਦੇ ਨਾਲ ਆਪਾਂ ਅਟੈਚ ਕਰਤਾ। ਹੁਣ ਤੁਸੀਂ ਉਹਦੇ ਟਰਮੀਨਲ ਦੇ ਕ੍ਰਾਸ ਜਦੋਂ ਵੋਲਟੇਜ ਚੈੱਕ ਕਰੋਗੇ ਉਹਨੂੰ ਆਪਾਂ EMF ਨਹੀਂ ਕਵਾਂਗੇ। ਕਿਉਂ? ਕਿਉਂਕਿ ਹੁਣ ਆਪਾਂ ਸੈੱਲ ਦੇ ਵਿੱਚੋਂ ਕਰੰਟ ਨੂੰ ਡਰਾ ਕਰਦੇ ਪਏ ਆ। ਉਸ ਵੇਲੇ ਉਹਦੇ ਟਰਮੀਨਲ ਦੇ ਕ੍ਰਾਸ ਜੋ ਵੋਲਟੇਜ ਹੁੰਦੀ ਆ ਉਸ ਨੂੰ ਆਪਾਂ ਕਹਿ ਦਿੰਦੇ ਆ ਟਰਮੀਨਲ ਪੋਟੈਂਸ਼ੀਅਲ ਡਿਫਰੈਂਸ। ਲੱਗ ਗਿਆ ਪਤਾ? ਇਹਦਾ ਮਤਲਬ ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਦੇ ਵਿੱਚ ਕੀ ਹੋਗੀ ਡੈਫੀਨੇਸ਼ਨ, potential across the terminal of the cell when current drawn from the cell। ठीक है, यहाँ पर कह दांगे when circuit is closed। ਜਦੋਂ ਸਰਕਟ ਕਲੋਜ਼ ਦਾ ਮਤਲਬ ਆਪਾਂ ਸਵਿਚ ਔਨ ਕਰਤੀ, ਉਸ ਵੇਲੇ ਉਹਦੇ ਟਰਮੀਨਲ ਦੇ ਕ੍ਰਾਸ ਜਿਹੜੀ ਵੀ ਵੋਲਟੇਜ ਹੋਊਗੀ ਉਹਨੂੰ ਆਪਾਂ ਕੀ ਕਵਾਂਗੇ, ਪੋਟੈਂਸ਼ੀਅਲ ਡਿਫਰੈਂਸ। ਜੇ ਕੋਈ ਕਰੰਟ ਨਹੀਂ ਡਰਾ ਕੀਤਾ ਮਤਲਬ ਸਰਕਟ ਓਪਨ, ਫਿਰ EMF ਕਹਿ ਦਿੰਦੇ ਆ ਸੈੱਲ ਦੀ। ਜੇ ਆਪਾਂ ਸਰਕਟ ਕਲੋਜ਼ ਕਰਤਾ ਉਹ ਕੀ ਹੋਊਗੀ, ਉਹਦੀ ਪੋਟੈਂਸ਼ੀਅਲ ਡਿਫਰੈਂਸ ਕਹਿ ਦਿੰਦੇ ਆ। ਉਸ ਤੋਂ ਬਾਅਦ ਆ ਜਾਂਦਾ ਇੰਟਰਨਲ ਰੈਜ਼ਿਸਟੈਂਸ ਆਫ ਸੈੱਲ। ਸੈੱਲ ਦੀ ਇੰਟਰਨਲ ਰੈਜ਼ਿਸਟੈਂਸ ਕੀ ਆ? ਹੁਣ ਦੇਖੋ ਜਿਹੜਾ ਹੁਣ ਆਪਾਂ ਸੈੱਲ ਬਾਰੇ ਗੱਲ ਕੀਤੀ ਆ, ਇਹਦੇ ਅੰਦਰ ਕੋਈ ਨਾ ਕੋਈ ਮਟੀਰੀਅਲ ਤਾਂ ਹੁੰਦਾ ਹੀ ਆ ਜਿਹਦੇ ਕਰਕੇ ਵਰਕ ਕਰਦਾ ਵਾ, ਜਿਹਦੀ ਚਾਰਜਿੰਗ ਹੁੰਦੀ ਆ। ਠੀਕ ਹੈ, ਉਹ ਮਟੀਰੀਅਲ ਕੀ ਆ, ਜਦੋਂ ਇਸ ਐਂਡ ਤੋਂ ਇਸ ਐਂਡ ਦੇ ਵੱਲ ਇਲੈਕਟ੍ਰੋਨ ਜਾਂਦੇ ਆ ਉਹਨਾਂ ਨੂੰ ਅਪੋਜ਼ ਕਰਦਾ ਵਾ। ਠੀਕ ਹੈ, ਇਹਦਾ ਮਤਲਬ ਕੀ ਆ, ਸੈੱਲ ਦੇ ਵਿੱਚ ਜੋ ਵੀ ਇਲੈਕਟ੍ਰੋਲਾਈਟਸ ਯੂਜ਼ ਕੀਤੇ ਆਪਾਂ, ਠੀਕ ਹੈ, ਸੈੱਲ ਦੇ ਵਿੱਚ ਜੋ ਵੀ ਇਲੈਕਟ੍ਰੋਲਾਈਟਸ ਯੂਜ਼ ਕੀਤੇ ਆਪਾਂ, ਉਹ ਇਲੈਕਟ੍ਰੋਲਾਈਟਸ ਕੀ ਕਰਦੇ ਆ, ਸੈੱਲ ਦੇ ਵਿੱਚ ਇੰਟਰਨਲ ਰੈਜ਼ਿਸਟੈਂਸ ਪ੍ਰੋਡਿਊਸ ਕਰਦੇ ਆ। ਮਤਲਬ ਜੇ ਇਸ ਟਰਮੀਨਲ ਤੋਂ ਇਸ ਟਰਮੀਨਲ ਦੇ ਵੱਲ ਇਲੈਕਟ੍ਰੋਨ ਨੇ ਫਲੋ ਕਰਨਾ, ਉਹ ਇਲੈਕਟ੍ਰੋਲਾਈਟਸ ਕੀ ਕਰਨਗੇ, ਇਸ ਦੇ ਮੋਸ਼ਨ ਨੂੰ ਅਪੋਜ਼ ਕਰਦੇ ਆ। ਉਹਨੂੰ ਆਪਾਂ ਕਹਿ ਦਿੰਦੇ ਆ ਇੰਟਰਨਲ ਰੈਜ਼ਿਸਟੈਂਸ ਆਫ ਸੈੱਲ। ਠੀਕ ਹੈ, ਇਹਨੂੰ ਸਮਾਲ r ਦੇ ਨਾਲ ਡਿਨੋਟ ਕਰਦੇ। ਇਹ ਸੀਗਾ ਆਪਣੇ ਕੋਲ ਤਿੰਨ ਡੈਫੀਨੇਸ਼ਨ ਜਿਹੜੀਆਂ ਅੱਗੇ ਜਾ ਕੇ ਆਪਣੇ ਕੋਲ ਯੂਜ਼ ਹੋਣਗੀਆਂ, EMF, potential difference ਤੇ internal resistance of cell। ਨੈਕਸਟ ਆ ਦੇਖੋ ਆਪਣੇ ਕੋਲ relation for internal resistance of cell। ਆਪਾਂ internal resistance find ਕਰਨੀ ਆ ਸੈੱਲ ਦੀ, ਉਹਦੇ ਲਈ ਰਿਲੇਸ਼ਨ ਡਰਾਈਵ ਕਰਨਾ। ਦੋ ਸਰਕਟ ਦੀ ਗੱਲ ਹੋਈ ਸੀ ਆਪਣੇ ਕੋਲ, ਆ बैटरी आ या कोई सैल आ सैल का सिंबल होता देखो, अगर आप सैल यूज करते हैं सैल का सिंबल आ। अगर आप इस तरह दी ज्यादा लाइन्स ड्रॉ करते हैं ये बैटरी का सिंबल होता। दो लाइना सैल का, आ पॉजिटिव आता नैगेटिव। एक्सटर्नल रेजिस्टेंस R ते अपने कोल की आ, इत्थे आपां ही वोल्ट मीटर अटैच कर दांगे। ठीक है, ਹੁਣ ਕੀ ਹੋਊਗਾ, ਜਦੋਂ ਆਪਾਂ ਚੈੱਕ ਕਰਾਂਗੇ ਇਹਦੇ ਟਰਮੀਨਲ ਦੇ ਕ੍ਰਾਸ, ਠੀਕ ਹੈ, ਜਿੱਥੇ ਮਰਜ਼ੀ ਲਾ ਕੇ ਇਹਨੂੰ ਚੈੱਕ ਕਰ ਸਕਦੇ ਆ, ਇਹਦੇ ਟਰਮੀਨਲ ਦੇ ਕ੍ਰਾਸ ਜਦੋਂ ਆਪਾਂ ਚੈੱਕ ਕਰਾਂਗੇ ਵੋਲਟੇਜ, ਜੇ ਤਾਂ ਸਰਕਟ ਓਪਨ ਆ, ਆਪਾਂ ਕੀ ਨੂੰ ਓਪਨ ਹੀ ਰੱਖਿਆ ਵਾ। ਠੀਕ ਹੈ, ਸਪੋਜ਼ ਕਰ ਲਓ ਸਵਿਚ ਜਦੋਂ ਇਹਦੇ ਨਾਲ ਜੋੜਾਂਗੇ ਕਲੋਜ਼ ਹੋ ਜੂ ਸਰਕਟ। ਹੁਣ ਕੀ ਹੈ, ਇਹ ਓਪਨ ਸਰਕਟ ਹੈ, मतलब ये कोई क्योंकि आप देखो वायर ही ब्रेक करती, कनैक्शन ही ब्रेक करता। जो तक आ नहीं क्लोज होता उदों तक ये करंट पास नहीं होना।
ਇਹਦਾ ਮਤਲਬ ਆਪਾਂ ਕੀ ਕਿਹਾ ਸੀ, ਜਿਹੜਾ ਇੱਥੇ ਵੋਲਟਮੀਟਰ ਲੱਗਾ ਉਹ ਕਿਹਦੀ ਰੀਡਿੰਗ ਦਊਗਾ, EMF। ਜਿਹੜੀ ਵੀ ਰੀਡਿੰਗ ਆਊਗੀ ਆਪਾਂ ਨੂੰ EMF ਆਫ ਸੈੱਲ ਕਹਾਂਗੇ। ਪਰ ਜਦੋਂ ਹੀ ਆਪਾਂ ਸਰਕਟ ਨੂੰ ਕਰਾਂਗੇ ਕਲੋਜ਼, ਆਪਾਂ ਕੀ ਕਰਤਾ, ਜਿਹੜੀ ਆ ਕੀ ਲੱਗੀ ਸੀ ਇਹਨੂੰ ਕਲੋਜ਼ ਕਰਤਾ। ਆਪਣੇ ਕੋਲ ਉਸੇ ਤਰ੍ਹਾਂ ਸੈੱਲ, ਹੁਣ ਜਿਹੜੀ ਇਹਦੇ ਕ੍ਰਾਸ ਜਿਹੜਾ ਤੁਸੀਂ ਪੋਟੈਂਸ਼ੀਓਮੀਟਰ ਲਾਓਗੇ, ਉਹ ਜਿਹੜੀ ਵੈਲਿਊ ਆਊਗੀ ਉਹਨੂੰ ਆਪਾਂ ਕੀ ਕਵਾਂਗੇ, ਪੋਟੈਂਸ਼ੀਅਲ ਡਿਫਰੈਂਸ। ਕੈਪੀਟਲ R ਐਕਸਟਰਨਲ, ਜਿਹੜੀ ਸੈੱਲ ਦੀ ਇੰਟਰਨਲ ਰੈਜ਼ਿਸਟੈਂਸ ਆਪਾਂ ਇੱਥੇ ਸ਼ੋ ਨਹੀਂ ਕੀਤੀ, ਉਹ ਸਮਾਲ r ਹੋਊਗੀ ਇੰਟਰਨਲ ਰੈਜ਼ਿਸਟੈਂਸ। ਓਪਨ ਸਰਕਟ, ਕਲੋਜ਼ਡ ਸਰਕਟ, ਇਹ ਦੋ ਤਰ੍ਹਾਂ ਦੇ ਸਰਕਟ ਹੋ ਗਏ ਆਪਣੇ ਕੋਲ, ਓਪਨ ਤੇ ਕਲੋਜ਼ਡ ਸਰਕਟ। ਓਪਨ ਦੇ ਵਿੱਚ ਆਪਣੇ ਕੋਲ ਕੋਈ ਕਰੰਟ ਫਲੋ ਨਹੀਂ ਕਰਦਾ ਪਿਆ ਵਾ, ਕਲੋਜ਼ ਦੇ ਵਿੱਚ ਆਪਣੇ ਕੋਲ ਕਰੰਟ ਫਲੋ ਕਰਦਾ ਪਿਆ ਵਾ। ਉਹਦੇ ਕ੍ਰਾਸ ਜਿਹੜਾ ਪੋਟੈਂਸ਼ੀਅਲ ਹੋਊਗਾ, ਪੋਟੈਂਸ਼ੀਅਲ ਡਿਫਰੈਂਸ ਆ, ਇਹਦੇ ਕ੍ਰਾਸ ਕੀ ਹੋਊਗੀ, EMF ਹੋਊਗੀ। ਆਪਾਂ ਨੂੰ ਫਾਈਂਡ ਕਰਨੀ ਆ ਸਮਾਲ r ਦੀ ਵੈਲਿਊ ਇੰਟਰਨਲ ਰੈਜ਼ਿਸਟੈਂਸ ਦੀ। ਹੁਣ ਦੇਖੋ ਕਿਵੇਂ, ਸਪੋਜ਼ ਕਰ ਲਓ ਆਪਣੇ ਕੋਲ ਜਿਹੜਾ ਇਹਦੇ ਚੋਂ ਕਰੰਟ ਫਲੋ ਕਰਦਾ ਪਿਆ, ਕਰੰਟ ਫਲੋ ਥਰੂ ਸਰਕਟ, ਕੀ ਸੀ ਵੈਲਿਊ ਆਪਣੇ ਕੋਲ, ਓਮਸ ਲਾ ਯੂਜ਼ ਕਰਨਾ ਇੱਥੇ। ਓਮਸ ਲਾ ਕੀ ਸੀਗਾ, V = I over R, ਸੌਰੀ I into R, V = I into R। I ਦੀ ਵੈਲਿਊ ਕਿੰਨੀ ਆ ਜਾਊਗੀ, V over R। V ਦੀ ਜਗ੍ਹਾ ਆਪਾਂ ਸੈੱਲ ਦੀ origignal ਜਿਹੜਾ ਪੋਟੈਂਸ਼ੀਅਲ ਆ ਉਹ ਯੂਜ਼ ਕਰਨਾ, origignal EMF ਉਹਦੀ। V ਦੀ ਜਗ੍ਹਾ ਆ ਜਾਊਗੀ E over total resistance। ਹੁਣ ਇੱਥੇ ਦੋ ਰੈਜ਼ਿਸਟੈਂਸ ਹੋ ਗਈਆਂ ਆਪਣੇ ਕੋਲ, ਇੱਕ ਆ ਤੇ ਇੱਕ ਆ। ਇਹ ਦੋਵੇਂ ਰੈਜ਼ਿਸਟੈਂਸ ਕੀ ਆ, ਦੇਖੋ ਆਹ ਟਰਮੀਨਲ ਇਹਦੇ ਨਾਲ ਜੁੜਿਆ ਹੋਇਆ, ਆਹ ਟਰਮੀਨਲ ਇਹਦੇ ਨਾਲ ਆਪਸ ਦੇ ਵਿੱਚ ਅਟੈਚ ਹੈ। ਇਹ ਸੀਰੀਜ਼ 'ਚ ਆ। 10th ਦੇ ਵਿੱਚ ਤੁਸੀਂ ਪੜਿਆ ਹੋਇਆ, ਸੀਰੀਜ਼ ਦੇ ਵਿੱਚ ਆਪਾਂ ਕੀ ਕਰਦੇ ਆ, ਸਿੰਪਲ ਪਲੱਸ ਕਰੀ ਜਾਂਦੇ, ਜਿੰਨੀਆਂ ਵੀ ਰੈਜ਼ਿਸਟੈਂਸ ਆ। ਪੈਰਲਲ 'ਚ ਰੈਸੀਪ੍ਰੋਕਲ ਕਰ ਦਿੰਦੇ ਆ ਇਸ ਤਰ੍ਹਾਂ। ਪਰ ਆਪਣੇ ਕੋਲ ਸੀਰੀਜ਼ 'ਚ ਆ ਫਾਰਮੂਲਾ ਯੂਜ਼ ਕਰ ਲਓ ਸੀਰੀਜ਼ ਵਾਲਾ। ਦੋ ਰੈਜ਼ਿਸਟੈਂਸ ਆ, ਇੱਕ R, ਦੂਜੀ ਕੀ ਆ, ਸਮਾਲ r, R plus small r। ਇਹ ਆਊਗੀ ਰੈਜ਼ਿਸਟੈਂਸ ਟੋਟਲ ਦੇਖਣੀ ਆ ਸਰਕਟ ਦੀ। ਟੋਟਲ ਰੈਜ਼ਿਸਟੈਂਸ ਕੀ ਆਪਣੇ ਕੋਲ, R plus small r। ਆ V ਦੀ ਵੈਲਿਊ, V ਦੀ ਜਗ੍ਹਾ ਆਪਾਂ ਸੈੱਲ ਦੀ origignal EMF ਯੂਜ਼ ਕਰ ਲਈ, E over R। ਇਹ ਓਮਸ ਲਾ ਲਓ, ਆਪਣੇ ਕੋਲ ਫਾਰਮੂਲਾ ਬਣ ਗਿਆ। क्रॉस मल्टीप्लाई कर लो, I into R plus R equal to E। आगे बन गया, ब्रैकेट को ओपन कर लो, IR plus IR E। होना की दा फार्मूला I into R की सीगा, V दी वैल्यू आ गई, V plus IR equal to E। E दी वैल्यू आ गई अपने को, V की बन गया E minus IR। इत्थों अपन एक गल पता लगी कि जिहड़ा पोटेंशियल डिफरेंस आ वो EMF नालों हमेशा लैस होगा, क्योंकि E दे विचों आ टर्म माइनस होगी, V दी जो भी वैल्यू होगी वो E दे नालों की होगी, लैस होगी। इत्थों आपां कह सकते हैं कि EMF दी वैल्यू ग्रेटर हुंदी आ किहदे नालों, पोटेंशियल डिफरेंस दे नाल। आपां तां फाइंड करनी है स्मॉल r दी वैल्यू। ਹੁਣ ਇਹਦੇ ਲਈ ਕੀ ਕਰਨਾ, ਆਪਾਂ ਸਮਾਲ r ਫਾਈਂਡ ਕਰਨ ਦੇ ਲਈ ਆਪਣੇ ਕੋਲ ਆ ਜਿਹੜਾ ਕਰੰਟ ਆ, ਠੀਕ ਆ, I ਦੀ ਵੈਲਿਊ ਇੱਥੋਂ ਪੁੱਟ ਕਰ ਦੋ। ਪੁੱਟਿੰਗ ਵੈਲਿਊ ਆਫ I ਦੀ ਵੈਲਿਊ ਪੁੱਟ ਕਰਨੀ ਆ ਆਪਾਂ, V = ਵੈਲਿਊ ਆਫ I ਆ ਪਈ ਸਾਰੀ, ਇਹ ਪੁੱਟ ਕਰ ਦੇਣੀ ਹੈ ਇਹਦੇ 'ਚ, ਮਾਈਨਸ E over R plus R into R। इस तो बाद एलसीएम लवांगे, एलसीएम जो लाओगे आ टर्म मेरे नाल मल्टीप्लाई होके इस साइड मल्टीप्लाई कर देंगे, की बन जू V into R plus R, E into R plus R माइनस ER। ठीक है, एलसीएम लेके ਆਪਾਂ ਜਿਹੜੀ ਟਰਮ ਸੀਗੀ ਇਹਦੇ ਨਾਲ ਇਸ ਸਾਈਡ ਮਲਟੀਪਲਾਈ ਕਰਤੀ। ਹੁਣ ਸਿੰਪਲ ਇਹਨੂੰ ਆਪਾਂ ਸਿੰਪਲੀਫਾਈ ਕਰਨਾ, ਦੇਖੋ ਪਹਿਲਾਂ ਬ੍ਰੈਕਟ ਓਪਨ ਕਰਦੇ ਆ ਆਪਾਂ, ਕੀ ਬਣਦਾ ਆਪਣੇ ਕੋਲ, V R plus
VR equal to ER plus ER माइनस ER ब्रैकेट ओपन कर ली अपने को ER इंटू ये मल्टीप्लाई हो गए माइनस आ देखो आ प्लस ना माइनस ना कैंसल हो गए ये चो कॉमन देखो की आंदा V कितना रह गया R प्लस R यहाँ ही करो VR वाले एक साइड इकट्ठे कर लो VR इक्वल टू ER आ दूसरी साइड जाके माइनस का VR बन गया VR की वैल्यू कितनी आ गई R कॉमन आ गया E माइनस V O R कॉमन आ V भी डिवाइड कर दो E माइनस V ओवर V इंटू R अलग अलग कर लो इनू E ओवर V माइनस V ओवर V 1 इंटू R ये अपने को रिलेशन आ गया इंटरनल एनर्जी ऑफ सेल दे पता लग गया कि तो आप करंट फाइंड करके ओम्स ला रहे तो टोटल ईएमएफ बाय टोटल रेजिस्टेंस क्रॉस मल्टीप्लाई करके आपा की कीता आई दी वैल्यू इस इक्वेशन से पुट करती उस तो बाद इनू सिंपलीफाई करना ते अपने कोल की है इंटरनल रेजिस्टेंस ऑफ सेल आ जाऊगा इसी अज दी वीडियो थैंक्स।